Hello students, myself Dr. Amit Juneja. I am working as an economics lecturer at Shahid Balwinder Singh Government Senior Secondary Smart School Sabuana District Fazilka। ये जो चैनल ਤੁਸੀਂ ਹੁਣ देख रहे हो ये स्पेशली इस करके बनाया गया है क्योंकि जो मेरे पंजाबी मीडियम वाले बच्चे हैं उन्होंने आम तौर पे इकोनॉमिक्स के ਜਿਹੜੇ ਕਨਸੈਪਟ ਹੈ ਉਹ ਕਲੀਅਰ ਕਰਨ ਚ ਕਾਫੀ ਮੁਸ਼ਕਿਲਾਂ ਆਉਂਦੀਆਂ ਨੇ ਤੇ YouTube ਤੇ ਜਿਹੜੇ ਵੀ ਚੈਨਲ ਅਵੇਲੇਬਲ ਹੈਗੇ ਨੇ ਉਹਨਾਂ ਤੇ ਜਿਹੜਾ ਜ਼ਿਆਦਾਤਰ ਮਟੀਰੀਅਲ ਦਿੱਤਾ ਗਿਆ ਹੈ ਉਹ ਜਾਂ ਤਾਂ ਇੰਗਲਿਸ਼ ਮੀਡੀਅਮ ਦੇ ਵਿੱਚ ਹੈ ਤੇ ਜਾਂ ਉਹ ਹਿੰਦੀ ਮੀਡੀਅਮ ਦੇ ਵਿੱਚ ਹੈ ਪਰ ਆਪਣੇ ਪੰਜਾਬੀ ਮੀਡੀਅਮ ਦੇ ਵਿੱਚ ਬੜੇ ਸਾਰੇ ਐਸੇ ਕਨਸੈਪਟ ਨੇ ਜਿਹੜੇ ਇੰਗਲਿਸ਼ ਜਾਂ ਹਿੰਦੀ ਦੇ ਵਿੱਚ ਜਿਹੜਾ ਉਹ ਸਮਝ ਨਹੀਂ ਆਉਂਦੇ ਤਾਂ ਇਹ ਲੈਕਚਰ ਜਿਹੜੇ ਨੇ ਉਹ ਮੇਰੇ ਬਿਲਕੁਲ ਪੰਜਾਬੀ ਮੀਡੀਅਮ ਦੇ ਵਿੱਚ ਰਹਿਣਗੇ ਤਾਂ ਕਿ ਜੋ ਮੇਰੇ ਪੰਜਾਬੀ ਮੀਡੀਅਮ ਵਾਲੇ ਸਟੂਡੈਂਟਸ ਨੇ ਉਹਨਾਂ ਨੂੰ ਇਹ ਜਿਹੜੇ ਕੁਐਸਚਨਸ ਨੇ ਜਾਂ ਜੋ ਕਨਸੈਪਟ ਨੇ ਉਹ ਆਰਾਮ ਨਾਲ ਸਮਝ ਆ ਜਾਣ। इस चैनल ਦੇ ਵਿੱਚ ਆਪਾਂ ਪੂਰੀ ਦੀ ਪੂਰੀ +1 ਦੀ ਇਕਨੋਮਿਕਸ ਤੇ +2 ਦੀ ਇਕਨੋਮਿਕਸ ਜਿਹੜੀ ਹੈ ਉਹਦੇ ਸਾਰੇ ਚੈਪਟਰਸ ਆਪਾਂ ਕਰਾਂਗੇ ਪਰ ਇਹ ਧਿਆਨ ਰੱਖਣ ਵਾਲੀ ਗੱਲ ਹੈ ਕਿ ਇੱਕ ਲੈਕਚਰ ਦੇ ਵਿੱਚ ਇੱਕ ਚੈਪਟਰ ਪੂਰਾ ਨਹੀਂ ਕਰਵਾਇਆ ਜਾਏਗਾ। ਆਪਣਾ ਜਿਹੜਾ ਲੈਕਚਰ ਰਹੇਗਾ ਉਹ 30 ਤੋਂ ਲੈ ਕੇ 35 ਮਿੰਟ ਦਾ ਰਹੇਗਾ। ਇਹ ਵੀ ਹੋ ਸਕਦਾ ਹੈ ਕਿ ਜਿਹੜਾ ਇੱਕ ਆਪਣਾ ਚੈਪਟਰ ਹੈ ਉਹਦੇ 5 ਜਾਂ 6 ਲੈਕਚਰ ਵੀ ਜਿਹੜੇ ਨੇ ਉਹ ਬਣ ਜਾਣ। ਮੇਰਾ ਮੇਨ ਜਿਹੜਾ ਧਿਆਨ ਰਹੇਗਾ ਉਹ ਇਸ ਗੱਲ ਤੇ ਰਹੇਗਾ ਕਿ ਤੁਹਾਨੂੰ ਜਿਹੜਾ ਕਨਸੈਪਟ ਹੈ ਉਹ ਕਲੀਅਰ ਜਿਹੜਾ ਹੈ ਉਹ ਕਰਵਾਇਆ ਜਾਏ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਆਪਣਾ ਪਹਿਲਾ ਚੈਪਟਰ ਇਕਨੋਮਿਕਸ ਇੱਕ ਜਾਣ ਪਹਿਚਾਨ, ਅਰਥਸ਼ਾਸਤਰ ਇੱਕ ਜਾਣ ਪਹਿਚਾਨ। ਹੁਣ ਇਸ ਚੈਪਟਰ ਦੇ ਵਿੱਚ ਆਪਾਂ ਕੀ ਕਰਨ ਵਾਲੇ ਹਾਂ? ਇਸ ਚੈਪਟਰ ਦੇ ਵਿੱਚ ਆਪਾਂ ਇਹ ਦੇਖਾਂਗੇ ਕਿ ਅਰਥਸ਼ਾਸਤਰ ਕੀ ਚੀਜ਼ ਹੁੰਦੀ ਹੈ ਕਿਉਂਕਿ ਜਿਵੇਂ ਇਸ ਚੈਪਟਰ ਦਾ ਨਾਮ ਹੀ ਹੈ ਅਰਥਸ਼ਾਸਤਰ ਇੱਕ ਜਾਣ ਪਹਿਚਾਨ मतलब ਆਪਾਂ ਅਰਥਸ਼ਾਸਤਰ ਦੇ ਨਾਲ ਪੂਰੇ ਤਰੀਕੇ ਨਾਲ ਜਾਣ ਪਹਿਚਾਨ ਕਰਨੀ ਹੈ ਕਿ ਅਰਥਸ਼ਾਸਤਰ ਕੀ ਹੁੰਦਾ ਹੈ, ਕਿੰਨੀ ਤਰ੍ਹਾਂ ਦਾ ਹੁੰਦਾ ਹੈ, ਅਰਥਸ਼ਾਸਤਰ ਦੇ ਵਿੱਚ ਅੱਗੇ ਆਪਾਂ ਕਿਹੜੀਆਂ ਚੀਜ਼ਾਂ ਪੜ੍ਹਦੇ ਹਾਂ, ਆਪਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਇਸ ਚੈਪਟਰ ਦੇ ਵਿੱਚ ਦੇਖਾਂਗੇ। ਪਰ ਜਿਹੜੀ ਸਭ ਤੋਂ ਪਹਿਲੀ ਆਪਣੀ ਸ਼ੁਰੂਆਤ ਰਹੇਗੀ ਉਹ ਰਹੇਗੀ ਅਰਥਸ਼ਾਸਤਰ ਦੇ ਮੀਨਿੰਗ ਤੋਂ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਹੈ ਵੀ ਆਪਾਂ ਜਦੋਂ ਕਲਾਸ ਦੇ ਵਿੱਚ ਮੈਂ ਪੜ੍ਹਾਉਣਾ ਤਾਂ ਇਹ ਦੇਖਿਆ ਜਾਂਦਾ ਹੈ ਕਿ ਬੱਚਿਆਂ ਨੂੰ ਇਕਨੋਮਿਕਸ ਦੇ ਬਾਰੇ ਬੜਾ ਕੁਝ ਪਤਾ ਹੁੰਦਾ ਹੈ ਪਰ ਜਦੋਂ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਹੈ ਕਿ ਬੇਟਾ ਇਕਨੋਮਿਕਸ ਹੁੰਦੀ ਕੀ ਚੀਜ਼ ਹੈ ਤਾਂ ਉਹ ਇਕਨੋਮਿਕਸ ਦਾ ਮੀਨਿੰਗ ਹੀ ਦੱਸ ਨਹੀਂ ਪਾਉਂਦੇ। ਤਾਂ ਸਭ ਤੋਂ ਪਹਿਲਾਂ ਆਪਾਂ ਜਿਹੜਾ ਅੱਜ ਦਾ ਲੈਕਚਰ ਰੱਖਾਂਗੇ ਉਹ ਰੱਖਾਂਗੇ ਇਕਨੋਮਿਕਸ ਦੇ ਮੀਨਿੰਗ ਦੇ ਉੱਪਰ ਤਾਂ ਕਿ ਆਪਾਂ ਅਰਥਸ਼ਾਸਤਰ ਦਾ ਮੀਨਿੰਗ ਜਿਹੜਾ ਹੈ ਉਹ ਆਪਾਂ ਕਲੀਅਰ ਕਰ ਸਕੀਏ। ਤਾਂ ਆਪਾਂ ਆਪਣਾ ਲੈਕਚਰ ਇਸੇ ਗੱਲ ਤੋਂ ਹੀ ਜਿਹੜਾ ਹੈ ਉਹ ਸ਼ੁਰੂ ਕਰਦੇ ਹਾਂ। ਤਾਂ ਆਪਣਾ ਜਿਹੜਾ ਲੈਕਚਰ ਹੈ ਉਹ ਹੈ ਅਰਥਸ਼ਾਸਤਰ यानी ਆਪਾਂ ਦੇਖਾਂਗੇ ਕਿ ਅਰਥਸ਼ਾਸਤਰ ਜਿਹੜਾ ਹੈ ਉਹਦਾ ਨਾਲ ਆਪਾਂ ਕਿਵੇਂ ਜਾਣ ਪਹਿਚਾਨ ਕਰਨੀ ਹੈ। ਦੇਖੋ ਅਰਥਸ਼ਾਸਤਰ ਜਿਹੜਾ ਹੈ ਉਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਹਾਂ? ਇਕਨੋਮਿਕਸ ਕਹਿੰਦੇ ਹਾਂ। ਕੀ ਕਹਿੰਦੇ ਆ? ਇਕਨੋਮਿਕਸ। ਹੁਣ ਕੀ ਹੁੰਦਾ ਹੈ ਦੇਖੋ ਇਕਨੋਮਿਕਸ ਜਿਹੜਾ ਸ਼ਬਦ ਹੈ ਉਹ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ ਪਰ ਕੀ ਹੁੰਦਾ ਹੈ ਵੀ ਹਰ ਇੱਕ ਭਾਸ਼ਾ ਦੇ ਵਿੱਚ ਜਿੰਨੇ ਵੀ ਸ਼ਬਦ ਹੁੰਦੇ ਨੇ ਉਹ ਸਾਰੇ ਦੇ ਸਾਰੇ ਸ਼ਬਦ ਨਾ ਉਸ ਭਾਸ਼ਾ ਦੇ ਆਪਦੇ ਨਹੀਂ ਹੁੰਦੇ। ਹਰੇਕ ਭਾਸ਼ਾ ਦਾ ਜਿਹੜਾ ਸ਼ਬਦ ਭੰਡਾਰ ਹੈ ਉਸ ਸ਼ਬਦ ਭੰਡਾਰ ਦੇ ਵਿੱਚ ਸਾਰੇ ਦੇ ਸਾਰੇ ਸ਼ਬਦ ਉਸ ਭਾਸ਼ਾ ਦੇ ਆਪਦੇ ਬਣਾਏ ਹੋਏ ਨਹੀਂ ਹੁੰਦੇ। ਹਰੇਕ ਭਾਸ਼ਾ ਕੀ ਕਰਦੀ ਹੈ ਦੂਜੀਆਂ ਭਾਸ਼ਾਵਾਂ ਤੋਂ ਬੜੇ ਸਾਰੇ ਸ਼ਬਦ ਲੈਂਦੀ ਹੈ ਫਿਰ ਲੈ ਕੇ ਕੀ ਕਰਦੀ ਹੈ ਆਪਦਾ ਜਿਹੜਾ ਉਹਦਾ ਸ਼ਬਦ ਭੰਡਾਰ ਹੁੰਦਾ ਉਹਨੂੰ ਵੱਡਾ ਕਰ ਲੈਂਦੀ ਹੈ। ਜਿਵੇਂ ਅਗਰ ਆਪਾਂ ਖਾਲੀ ਪੰਜਾਬੀ ਦੀ ਗੱਲ ਨਾ ਕਰੀਏ ਆਪਾਂ ਹਿੰਦੀ ਦੀ ਗੱਲ ਕਰ ਸਕਦੇ ਹਾਂ, ਆਪਾਂ ਅੰਗਰੇਜ਼ੀ ਦੀ ਗੱਲ ਕਰ ਸਕਦੇ ਹਾਂ। ਜਿਵੇਂ ਆਪਾਂ ਨਾ ਹਿੰਦੀ ਵਿੱਚ ਇੱਕ ਸ਼ਬਦ ਯੂਜ਼ ਕਰਦੇ ਹਾਂ ਰੇਲ ਗੱਡੀ ਤਾਂ ਰੇਲ ਗੱਡੀ ਜਾਂ ਰੇਲ ਗਾੜੀ। ਹੁਣ ਰੇਲ ਗਾੜੀ ਜਿਹੜਾ ਸ਼ਬਦ ਹੈ ਇਹ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ਇੱਕ ਹੈ ਰੇਲ ਤੇ ਇੱਕ ਹੈ ਗਾੜੀ। ਹੁਣ ਜਿਹੜਾ ਰੇਲ ਸ਼ਬਦ ਹੈ ਇਹ ਕਿਹੜੀ ਭਾਸ਼ਾ ਦਾ ਹੈ? ਅੰਗਰੇਜ਼ੀ ਦਾ। ਆਪਾਂ ਆਮ ਤੌਰ ਤੇ ਕਹਿੰਦੇ ਆ ਕਿ ਆਪਾਂ ਰੇਲਵੇ ਸਟੇਸ਼ਨ ਚੱਲੇ ਆ ਤਾਂ ਰੇਲ ਸ਼ਬਦ ਕਿਹਦਾ ਹੋ ਗਿਆ? ਅੰਗਰੇਜ਼ੀ ਭਾਸ਼ਾ ਦਾ। ਗਾੜੀ ਇਹ ਸ਼ਬਦ ਕਿਹੜੀ ਭਾਸ਼ਾ ਦਾ ਹੈ? ਇਹ ਹੈ ਫਾਰਸੀ ਦਾ। ਤਾਂ ਹਿੰਦੀ ਨੇ ਕੀ ਕੀਤਾ ਇੱਕ ਸ਼ਬਦ ਜਿਹੜਾ ਹੈ ਉਹ ਅੰਗਰੇਜ਼ੀ ਤੋਂ ਲੈ ਲਿਆ ਇੱਕ ਸ਼ਬਦ ਜਿਹੜਾ ਹੈ ਉਹ ਫਾਰਸੀ ਤੋਂ ਲੈ ਲਿਆ ਦੋਨਾਂ ਨੂੰ ਇਕੱਠਾ ਕਰਤਾ ਤੇ ਆਦਾ ਇੱਕ ਨਵਾਂ ਸ਼ਬਦ ਬਣਾ ਲਿਆ। ਇਸੇ ਤਰ੍ਹਾਂ ਹੀ ਹਿੰਦੀ ਵਿੱਚ ਆਪਾਂ ਵਰਡ ਪੜ੍ਹਦੇ ਆ ਰਸਗੁੱਲਾ। ਹੁਣ ਰਸਗੁੱਲਾ ਵਰਡ ਜਿਹੜਾ ਹੈ ਉਹ ਹਿੰਦੀ ਦਾ ਆਪਦਾ ਨਹੀਂ ਹੈਗਾ। ਹਿੰਦੀ ਨੇ ਕੀ ਕੀਤਾ ਹੈ ਬੰਗਾਲੀ ਭਾਸ਼ਾ ਦਾ ਇੱਕ ਸ਼ਬਦ ਸੀ ਰੋਸ਼ੋਗੁੱਲਾ ਉਹ ਤੋਂ ਕੀ ਕੀਤਾ ਵਰਡ ਲਿਆ ਥੋੜੇ ਬਹੁਤੇ ਚੇਂਜ ਕੀਤੇ
ਕੀਤੇ ਤਾਂ ਆ ਦਾ ਵਰਡ ਬਣਾ ਲਿਆ ਰਸਗੁੱਲਾ। ਤਾਂ ਇਸੇ ਤਰ੍ਹਾਂ ਹੋਰ ਬੜੀਆਂ ਸਾਰੀਆਂ ਭਾਸ਼ਾਵਾਂ ਤੋਂ ਸ਼ਬਦ ਜਿਹੜੇ ਨੇ ਉਹ ਇੱਕ ਭਾਸ਼ਾ ਦੇ ਵਿੱਚ ਜਿਹੜਾ ਹੈ ਉਹ ਆਉਂਦੇ ਰਹਿੰਦੇ ਨੇ। ਤਾਂ ਇਹੀ ਚੀਜ਼ ਜਿਹੜੀ ਹੈ ਉਹ ਆਪਾਂ ਇਕਨੋਮਿਕਸ ਜਾਂ ਅਰਥ ਸ਼ਾਸਤਰ ਦੇ ਉੱਪਰ ਜਿਹੜਾ ਹੈ ਉਹ ਆਪਾਂ ਨੂੰ ਲਾਗੂ ਕਰਾਂਗੇ। ਹੁਣ ਜਿਹੜਾ ਅੰਗਰੇਜ਼ੀ ਦਾ ਸ਼ਬਦ ਇਕਨੋਮਿਕਸ ਹੈ ਉਹ ਅੰਗਰੇਜ਼ੀ ਦਾ ਆਪਦਾ ਸ਼ਬਦ ਜਿਹੜਾ ਹੈ ਉਹ ਨਹੀਂ ਹੈਗਾ। ਅੰਗਰੇਜ਼ੀ ਨੇ ਕੀ ਕੀਤਾ ਹੈ, ਇਹ ਸ਼ਬਦ ਜਿਹੜਾ ਹੈ ਇਹ ਲਿਆ ਹੈ ਗ੍ਰੀਕ ਭਾਸ਼ਾ ਤੋਂ, ਯਾਨੀ ਕਿ ਗ੍ਰੀਕ ਲੈਂਗੁਏਜ ਤੋਂ। ਗ੍ਰੀਕ ਲੈਂਗੁਏਜ ਕਿਹੜੀ ਹੁੰਦੀ ਹੈ, ਇਹ ਹੁੰਦੀ ਹੈ ਯੂਨਾਨੀ ਭਾਸ਼ਾ। यानी अंग्रेजी ने की किया जेड़ा इकोनॉमिक्स शब्द है वो केड़ी भाषा तो लिया यूनानी भाषा तो। हुन उन्हें की किया अंग्रेजी ने यूनानी भाषा दे विच दो शब्द लए। वो दो शब्द केड़े सी, एक हैगा सी ओकाइसस ते एक हैगा सी नेमिन, NEMEIN। दो शब्द केड़े केड़े लए, ओकाइसस नाल केड़ा लिया नेमिन। जोड़ दिता, जोड़ के एक शब्द बनाया, वो शब्द केड़ा बन गया इकोनॉमिक्स। हुन गल सोचण वाली है भी ये जिहड़े दो शब्द लेके इन्हां दोनां नूं एक दूजे विच जोड़िया गया, एवें किवें जोड़ता, अगर इन्हां दो शब्दां दा आपस दे विच कोई संबंध होएगा, कोई लेना देना होएगा तां इन्हां दोनां शब्दां नूं जोड़िया गया। आपां एवें थोड़ी किसी मर्जी भाषा तो दो शब्द पकड़े, उन्हां दोनां नूं जोड़ता ते वो दोनां नूं जोड़ के आपां एक नवां शब्द बना लिया, एवें तो हो नहीं सकता। अगर दो शब्द जोड़े गए ने इनका मतलब ये होएगा कि उन्हां दोनों शब्दां दा आपस दे विच कोई ना कोई संबंध जरूर होएगा। जे संबंध ना हुंदा तां आपां वो दो शब्द जिहड़े ने वो एक दूजे विच जोड़ नहीं पाउंदे। हुण सब तो पहला आपां की करदे हां, आपां इन्हां दोनां दा मीनिंग लिखदे हां भी ओकायस ते नेमिन ये क्यों लए गए, फिर इन्हां नूं क्यों जोड़िया गया। जे इन्हां दोनां नूं जोड़िया गया तां इन्हां दोनां दे जोड़ दा इकोनॉमिक्स नाल की संबंध है या इकोनॉमिक्स नाल इनदा मीनिंग किवें क्लियर हुंदा है, आपां ओ चीज जिहड़ी है ओ देखण वाले हां। तां इहदे विच जिहड़ा ओकायस शब्द है उनदा मतलब हुंदा है हाउस होल्ड ते नेमिन दा मतलब हुंदा है मैनेजमेंट। हुण हाउस होल्ड की हुंदा है, हाउस होल्ड नूं आपां पंजाबी विच कहंदे आ घरेलू ते मैनेजमेंट नूं आपां कहंदे आ प्रबंध, यानी कि घरेलू प्रबंध यानी कि घर दा प्रबंध करना। यानी अगर आपां इन्हां दोनों नूं जोड़िए तां आपां की बनेगा, इकोनॉमिक्स बनेगा। यानी इकोनॉमिक्स आपां नूं की सिखा रही है, वो आपां नूं अपना घरेलू प्रबंध यानी कि अपने घर दा प्रबंध आपां किवें करना है ओनू सिखा रही है। हुण क्वेश्चन उठिया कि घर दा प्रबंध एक ही चीज हुंदा, घर दा प्रबंध चलाना यानी कि घर नूं चलाना एक अजिहा सब्जेक्ट, एक अजिहा विषय जिहड़ा आपां नूं अपना घर चलाना सिखाएगा, यानी आपां नूं ये दसेगा कि आपां दा घर किवें चला सकदे हां। उस सब्जेक्ट नूं आपां की कहांगे, इकोनॉमिक्स कहांगे या अर्थशास्त्र कहांगे। हुण आपां अपना घर चलाना है, मान लो मैं कहां कि मैं ही आदा घर चलाना है तां मैनूं आदा घर चलाउण वास्ते की चाहिदा, मैनूं आदा घर चलाउण वास्ते सब तो पहला तां चाहिदे ने पैसे। ठीक है, हुण की होएगा, हर महीने मैनूं की हो जाएगा, तनख्वाह मिल जाएगी। अगर मैं उदाहरण ले लवां कि हर महीने मैनूं जिहड़ी है वो 50,000 रुपए दी तनख्वाह मिल जाती है। हुण मैं की करना है, आपदा सारा घर पूरे एक महीने तक इस 50,000 रुपए तो ही चलाना है। क्यों? क्योंकि जिहड़ी अगली तनख्वाह है वो मैनूं अगली 1 तरीक नूं मिलनी है। यानी मेरे को हुण 50,000 रुपए ने ते मैं इस 50,000 रुपए दे नाल पूरा एक महीना आदे घर दीयां जरूरतां जिहड़ियां ने वो पूरीआं करनियां ने। हुण मैं की कहांगा, मैं कहांगा कि मेरे को तां सिर्फ 50,000 रुपए हैगे ने पर जरूरतां तां मेरियां बहुत ज्यादा ने। मैं अपने इन्हां 50,000 रुपए दे नाल अपने घर दीयां सारियां जरूरतां पूरीआं नहीं कर सकदा। फिर मैं की करांगा, मैं आदे घर दे चलाने वास्ते एक ना लिस्ट बनाऊंगा। वो लिस्ट च की होगा
ਹੋਊਗਾ ਉਹ ਲਿਸਟ ਦੇ ਵਿੱਚ ਜਿਹੜੀਆਂ ਸਭ ਤੋਂ ਜ਼ਰੂਰੀ ਚੀਜ਼ਾਂ ਹੋਣਗੀਆਂ ਉਹ ਮੈਂ ਸਭ ਤੋਂ ਉੱਤੇ ਰੱਖਾਂਗਾ। ਜਿਵੇਂ ਸਭ ਤੋਂ ਉੱਤੇ ਕੀ ਆਏਗਾ, ਮੈਂ ਲਿਖਾਂਗਾ ਰਾਸ਼ਨ ਦਾ ਸਮਾਨ, क्योंकि ਆਪਾਂ ਹਰੇਕ ਚੀਜ਼ ਬਿਨਾ ਰਹਿ ਸਕਦੇ ਹਾਂ ਪਰ ਆਪਾਂ ਆਪਣੀ ਰਸੋਈ ਦੇ ਵਿੱਚ ਰਾਸ਼ਨ ਦੇ ਸਮਾਨ ਤੋਂ ਬਿਨਾ ਨਹੀਂ ਰਹਿ ਸਕਦੇ। ਯਾਨੀ ਅਗਰ ਮੈਨੂੰ ਤਨਖਾਹ ਮਿਲੇਗੀ ਮੈਂ ਸਭ ਤੋਂ ਪਹਿਲੀ ਕੋਸ਼ਿਸ਼ ਕੀ ਕਰਾਂਗਾ ਕਿ ਮੈਂ ਆਪਦੇ ਘਰ ਦੇ ਵਿੱਚ ਜਿਹੜਾ ਰਾਸ਼ਨ ਦਾ ਸਮਾਨ ਹੈ ਉਹ ਪੂਰਾ ਕਰ ਲਵਾਂ। ਫਿਰ ਕੀ ਹੋਏਗਾ, ਫਿਰ ਮੈਂ ਕਹਾਂਗਾ ਰਾਸ਼ਨ ਦਾ ਸਮਾਨ ਹੋ ਗਿਆ, ਹੁਣ ਮੈਂ ਕੀ ਕਰਨਾ ਹੈ, ਹੁਣ ਮੈਂ ਬਿਜਲੀ ਦਾ ਬਿੱਲ ਭਰਨਾ ਹੈ। ਬਿਜਲੀ ਦਾ ਬਿੱਲ ਭਰਿਆ ਗਿਆ, ਉਸ ਤੋਂ ਬਾਅਦ ਕੀ ਹੋਊਗਾ, ਮੈਂ ਕਹਾਂਗਾ ਕਿ ਮੈਂ ਆਪਣੇ ਬੱਚਿਆਂ ਦੀ ਸਕੂਲ ਦੀ ਫੀਸ ਭਰਨੀ है तो मैं स्कूल की फीस लिख दियागा। फिर मैं कहूँगा कोई कपड़े लेने हैं उन ऊपर खर्चा आ जाएगा। मेरे घर दे विच नौकर है मैं उन्हें तनख्वाह देनी है। फिर क्या होएगा, अखबार का बिल वो आ जाएगा। फिर इस तो बाद की हो सकता है केबल का बिल वो आ जाएगा। तब मैं की कर रहा, मैं आदियां जरूरतां दी एक लिस्ट बनाई जाना पर उहदे च की हो रहा है जिवें जिवें मैं इस लिस्ट दे विच हेठां वाल आ रहा मेरियां जरूरतां की हो रही ने घट जरूरी हो रही ने। कहना मतलब की है भी ਜਿਹੜੀਆਂ ਲਿਸਟ ਵਿੱਚ ਸਭ ਤੋਂ ਉੱਪਰਲੀਆਂ ਚੀਜ਼ਾਂ ਹੋਣਗੀਆਂ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੋਣਗੀਆਂ। ਫਿਰ ਜਿਵੇਂ ਜਿਵੇਂ ਆਪਾਂ ਨੀਚੇ ਆਵਾਂਗੇ ਉਹ ਚੀਜ਼ਾਂ ਇੰਨੀਆਂ ਜ਼ਰੂਰੀ ਨਹੀਂ ਹੋਣਗੀਆਂ। ਮੰਨ ਮੈਂ ਕਹਾਂ ਕਿ ਮੈਂ ਬੂਟ ਲੈਣੇ ਹੈ, ਹੁਣ ਬੂਟ ਲੈਣੇ ਇੰਨੇ ਜ਼ਰੂਰੀ ਤਾਂ ਨਹੀਂ ਹੈਗੇ, ਉਹ ਮੈਂ ਅਗਲੇ ਮਹੀਨੇ ਵੀ ਲੈ ਸਕਦਾ। ਤਾਂ ਕੀ ਹੋਏਗਾ, ਉਹਨੂੰ ਮੈਂ ਲਿਸਟ ਦੇ ਵਿੱਚ ਸਭ ਤੋਂ ਥੱਲੇ ਰੱਖ ਦਿਆਂਗਾ। ਤਾਂ ਹੁਣ ਕੀ ਹੋਇਆ, ਮੈਂ ਆਪਣੀਆਂ ਜ਼ਰੂਰਤਾਂ ਦੀ ਇੱਕ ਲਿਸਟ ਬਣਾ ਲਈ। ਇਹ ਮੈਨੂੰ ਵੀ ਪਤਾ ਹੈ ਕਿ ਮੇਰੀਆਂ ਜ਼ਰੂਰਤਾਂ ਤਾਂ ਬਹੁਤ ਜ਼ਿਆਦਾ ਨੇ, ਮੈਂ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦਾ। ਕਿਉਂ ਨਹੀਂ ਕਰ ਸਕਦਾ, ਕਿਉਂਕਿ ਮੇਰੇ ਕੋਲ ਜਿਹੜੇ ਪੈਸੇ ਨੇ ਉਹ ਬਹੁਤ ਜ਼ਿਆਦਾ ਨਹੀਂ ਹੈਗੇ। ਤਾਂ ਅਲਟੀਮੇਟਲੀ ਆਪਾਂ ਕੀ ਕਰਦੇ ਪਏ ਆ, ਆਪਾਂ ਆਪਣੇ ਘਰ ਵਾਸਤੇ ਕੀ ਕਰਦੇ ਪਏ ਆ, ਆਪਾਂ ਆਪਣੇ ਘਰ ਵਾਸਤੇ ਬਜਟ ਬਣਾਉਂਦੇ ਪਏ ਆ। ਠੀਕ ਹੈ, ਹੁਣ ਸੋਚਣ ਵਾਲੀ ਗੱਲ ਹੈ ਕਿ ਆਪਾਂ ਨੂੰ ਆਪਣੇ ਘਰ ਵਾਸਤੇ ਬਜਟ ਕਿਉਂ ਬਣਾਉਣਾ ਪਿਆ। ਇਸ ਕਰਕੇ ਕਿਉਂਕਿ ਜਿਹੜੇ ਪੈਸੇ ਸੀ ਉਹ ਘੱਟ ਸੀ, ਜ਼ਰੂਰਤਾਂ ਜਿਹੜੀਆਂ ਨੇ ਉਹ ਜ਼ਿਆਦਾ ਸੀ। ਤਾਂ ਆਪਾਂ ਨੂੰ ਸੋਚਣਾ ਪਿਆ ਵੀ ਜਿਹੜੇ ਆਪਣੇ ਕੋਲ ਘੱਟ ਪੈਸੇ ਨੇ ਉਹਨਾਂ ਦੇ ਨਾਲ ਆਪਾਂ ਪਹਿਲਾਂ ਕਿਹੜੀਆਂ ਜ਼ਰੂਰਤਾਂ ਪੂਰੀਆਂ ਕਰੀਏ ਤੇ ਕਿਹੜੀਆਂ ਜ਼ਰੂਰਤਾਂ ਐਜੀਆਂ ਨੇ ਜਿਨ੍ਹਾਂ ਨੂੰ ਆਪਾਂ ਬਾਅਦ ਵਿੱਚ ਰੱਖ ਦਈਏ। ਤਾਂ ਆਪਾਂ ਕੀ ਕੀਤਾ, ਆਪਣੇ ਘਰ ਵਾਸਤੇ ਬਜਟ ਬਣਾਇਆ। ਸਾਰੇ ਐਵੇਂ ਬਜਟ ਬਣਾਉਂਦੇ ਨੇ, ਕਿਉਂ ਬਣਾਉਂਦੇ ਨੇ, ਕਿਉਂਕਿ ਸਾਰਿਆਂ ਕੋਲ ਹੀ ਜਿਹੜੇ ਪੈਸੇ ਹੁੰਦੇ ਨੇ ਉਹ ਹਮੇਸ਼ਾ ਉਹਨਾਂ ਨੂੰ ਘੱਟ ਲੱਗਦੇ ਨੇ, ਜਿਹੜੀਆਂ ਉਹਨਾਂ ਦੀਆਂ ਲੋੜਾਂ ਨੇ, ਜ਼ਰੂਰਤਾਂ ਨੇ ਉਹ ਹਮੇਸ਼ਾ ਉਹਨਾਂ ਨੂੰ ਜ਼ਿਆਦਾ ਲੱਗਦੀਆਂ ਨੇ। ਤੇ ਉਹਨਾਂ ਨੂੰ ਇਹ ਨਹੀਂ ਲੱਗਦਾ ਵੀ ਜੋ ਉਹਨਾਂ ਦੀਆਂ ਜ਼ਰੂਰਤਾਂ ਨੇ ਉਹ ਆਪਣੀਆਂ ਸਾਰੀਆਂ ਜ਼ਰੂਰਤਾਂ ਨੂੰ ਆਪਣੇ ਕੋਲ ਜਿਹੜੇ ਘੱਟ ਪੈਸੇ ਹੈ ਉਹਦੇ ਨਾਲ ਪੂਰਾ ਨਹੀਂ ਕਰ ਸਕਦੇ। ਤਾਂ ਕੀ ਕਰਨਗੇ, ਬਜਟ ਬਣਾਉਣਗੇ। ਜਿਸ ਤਰ੍ਹਾਂ ਆਪਾਂ ਆਪਣੇ ਘਰ ਵਾਸਤੇ ਬਜਟ ਬਣਾਉਂਦੇ ਆ, ਠੀਕ ਉਸੇ ਤਰ੍ਹਾਂ ਆਪਣੀ ਜਿਹੜੀ ਸਰਕਾਰ ਹੈ ਉਹ ਕੀ ਕਰਦੀ ਹੈ, ਆਪਣੇ ਦੇਸ਼ ਵਾਸਤੇ ਬਜਟ ਬਣਾਉਂਦੀ ਹੈ। ਕਿਉਂ, ਕਿਉਂਕਿ ਜਿਸ ਤਰ੍ਹਾਂ ਆਪਣੇ ਕੋਲ ਪੈਸੇ ਘੱਟ ਨੇ ਉਵੇਂ ਹੀ ਸਰਕਾਰ ਕੋਲ ਵੀ ਪੈਸੇ ਘੱਟ ਨੇ। ਜਿਵੇਂ ਆਪਣੀਆਂ ਜ਼ਰੂਰਤਾਂ ਜ਼ਿਆਦਾ ਨੇ ਉਵੇਂ ਸਰਕਾਰ ਦੀਆਂ ਜ਼ਰੂਰਤਾਂ ਵੀ ਜ਼ਿਆਦਾ ਨੇ, ਕਿਉਂਕਿ ਸਰਕਾਰ ਨੇ ਵੀ ਬੜੀ ਥਾਵਾਂ ਤੇ ਖਰਚ ਕਰਨਾ ਹੁੰਦਾ ਹੈ। ਸਰਕਾਰ ਖੇਤੀ ਤੇ, ਉਦਯੋਗਾਂ ਤੇ, ਸਕੂਲਾਂ ਤੇ, ਹਸਪਤਾਲ ਤੇ, ਸੜਕਾਂ ਤੇ, ਉਦਯੋਗਾਂ ਤੇ ਬੜੀ ਥਾਵਾਂ ਤੇ ਖਰਚ ਕਰਦੀ ਹੈ। ਪਰ ਸਰਕਾਰ ਦੀ ਜਿਹੜੀ ਆਮਦਨ ਹੈ ਉਹ ਬਹੁਤ ਘੱਟ ਹੈ। ਤਾਂ ਸਰਕਾਰ ਨੂੰ ਵੀ ਕੀ ਕਰਨਾ ਪੈਂਦਾ ਹੈ, ਆਪਣੇ ਵਾਸਤੇ ਬਜਟ ਬਣਾਉਣਾ ਪੈਂਦਾ ਹੈ। ਹੁਣ ਅਗਰ ਆਪਾਂ ਆਪਣਾ ਘਰ ਚਲਾਉਣਾ ਹੈ ਜਾਂ ਸਰਕਾਰ ਨੇ ਆਪਣਾ ਦੇਸ਼ ਚਲਾਉਣਾ ਹੈ ਤਾਂ ਸਰਕਾਰ ਨੂੰ ਕੀ ਕਰਨਾ ਪਏਗਾ, ਬਜਟ ਬਣਾਉਣਾ ਪਏਗਾ। ਆਪਾਂ ਨੂੰ ਵੀ ਕੀ ਕਰਨਾ ਪਏਗਾ, ਬਜਟ ਬਣਾਉਣਾ ਪਏਗਾ। ਤਾਂ ਹੀ ਆਪਾਂ ਇਕਨੋਮਿਕਸ ਦਾ ਜਿਹੜਾ ਮੀਨਿੰਗ ਲਿਆ ਸੀ ਉਹ ਲਿਆ ਸੀ ਘਰੇਲੂ ਪ੍ਰਬੰਧ, ਯਾਨੀ ਕਿ ਆਪਣਾ ਘਰ ਚਲਾਉਣਾ। ਆਪਣੇ ਘਰ ਚਲਾਉਣ ਵਾਸਤੇ ਆਪਾਂ ਨੂੰ ਕੀ ਕਰਨਾ ਪਏਗਾ, ਆਪਣੇ ਘਰ ਵਾਸਤੇ ਆਪਾਂ ਨੂੰ ਬਜਟ ਬਣਾਉਣਾ ਪਏਗਾ ਜਾਂ ਆਪਣੀ ਦੇਸ਼ ਦੀ ਸਰਕਾਰ ਨੂੰ ਆਪਣੇ ਦੇਸ਼ ਵਾਸਤੇ ਜਿਹੜਾ ਹੈ ਉਹ ਬਜਟ ਬਣਾਉਣਾ ਪਏਗਾ। ਹੁਣ ਪ੍ਰਸ਼ਨ ਇਹ ਉੱਠਿਆ ਕਿ ਆਪਾਂ ਨੂੰ ਇਹ ਬਜਟ ਜਿਹੜਾ ਹੈ ਉਹ ਕਿਉਂ ਬਣਾਉਣਾ ਪਿਆ। ਇਹਦੇ ਪਿੱਛੇ ਦਾ ਬੇਟਾ ਮੇਨਲੀ 3 ਕਾਰਨ ਨੇ। ਪਹਿਲਾ ਕਾਰਨ ਜਿਹੜਾ ਆਪਾਂ ਲੈ ਕੇ ਚੱਲਦੇ ਹਾਂ ਉਹ ਇਹ ਹੈ ਕਿ ਆਪਾਂ ਸਭ ਤੋਂ ਪਹਿਲਾਂ ਕੀ ਕਿਹਾ ਵੀ ਆਪਾਂ ਘਰ ਚਲਾਉਣਾ ਹੈ, ਉਹਦੇ ਵਾਸਤੇ ਆਪਾਂ ਨੂੰ ਕੀ ਚਾਹੀਦਾ ਹੈ, ਪੈਸੇ ਚਾਹੀਦੇ ਨੇ। ਹੁਣ ਮੇਰੇ ਕੋਲ ਕੋਈ ਬਹੁਤ ਜ਼ਿਆਦਾ ਪੈਸੇ ਤਾਂ ਹੈ ਨਹੀਂ ਕਿ ਮੈਂ ਆਪਣੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਲਵਾਂ। ਤਾਂ ਕੀ ਹੋਏਗਾ, ਜਿਹੜੇ ਵੀ ਆਪਣੇ ਕੋਲ ਪੈਸੇ ਹੁੰਦੇ ਨੇ ਜਾਂ ਜਿਹਨੂੰ ਆਪਾਂ ਕਹਿੰਦੇ ਆ ਸਾਧਨ ਹੁੰਦੇ ਨੇ ਉਹ ਹਮੇਸ਼ਾ ਕੀ ਹੁੰਦੇ ਨੇ, ਘੱਟ ਹੁੰਦੇ ਨੇ। ਕਿੰਦੇ ਮੁਕਾਬਲੇ, ਆਪਣੀਆਂ ਜ਼ਰੂਰਤਾਂ ਦੇ ਮੁਕਾਬਲੇ। ਦੂਜਾ, ਅਗਰ ਆਪਾਂ
ਜ਼ਰੂਰਤਾਂ ਦੀ ਗੱਲ ਕਰੀਏ ਤਾਂ ਜ਼ਰੂਰਤਾਂ ਕੀ ਹੁੰਦੀਆਂ ਨੇ, ਅਸੀਮਿਤ ਹੁੰਦੀਆਂ ਨੇ। ਅਸੀਮਿਤ ਮਤਲਬ ਜਿਹੜੀਆਂ ਕਦੇ ਨਹੀਂ ਖਤਮ ਹੋਣ ਵਾਲੀਆਂ। ਜਿਵੇਂ ਹੀ ਆਪਣੀ ਇੱਕ ਜ਼ਰੂਰਤ ਪੂਰੀ ਹੁੰਦੀ ਹੈ ਨਾਲ ਦੇ ਨਾਲ ਦੂਜੀ ਜ਼ਰੂਰਤ ਆ ਜਾਂਦੀ ਹੈ, ਉਹਨੂੰ ਪੂਰੀ ਕਰੋਗੇ ਤਾਂ ਤੀਜੀ ਜ਼ਰੂਰਤ ਆ ਜਾਏਗੀ, ਉਹਨੂੰ ਪੂਰੀ ਕਰੋਗੇ ਤਾਂ ਚੌਥੀ ਆ ਜਾਏਗੀ। ਜ਼ਰੂਰਤਾਂ ਜਿਹੜੀਆਂ ਨੇ ਉਹ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ। ਤਾਂ ਹੀ ਆਪਾਂ ਕਹਿੰਦੇ ਆ ਵੀ ਜਿਹੜੀਆਂ ਆਪਣੀਆਂ ਜ਼ਰੂਰਤਾਂ ਨੇ ਉਹ ਕੀ ਨੇ, ਉਹ ਅਸੀਮਿਤ ਨੇ। ਮਤਲਬ ਜੋ ਆਪਣੇ ਕੋਲ ਸੀਮਿਤ ਸਾਧਨ ਨੇ, ਆਪਾਂ ਇਹਨਾਂ ਸੀਮਿਤ ਸਾਧਨਾਂ ਦੇ ਨਾਲ ਆਪਣੀਆਂ ਸਾਰੀਆਂ ਦੀਆਂ ਸਾਰੀਆਂ ਜ਼ਰੂਰਤਾਂ ਕਦੇ ਵੀ ਪੂਰੀਆਂ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ? ਕਿਉਂਕਿ ਜਿਵੇਂ ਹੀ ਆਪਾਂ ਇੱਕ ਜ਼ਰੂਰਤ ਪੂਰੀ ਕਰਾਂਗੇ ਨਾਲ ਦੇ ਨਾਲ ਦੂਜੀ ਜ਼ਰੂਰਤ ਆ ਜਾਣੀ ਹੈ, ਫਿਰ ਤੀਜੀ, ਫਿਰ ਚੌਥੀ, ਫਿਰ ਪੰਜਵੀਂ। ਜ਼ਰੂਰਤਾਂ ਤਾਂ ਵਧਦੀਆਂ ਹੀ ਰਹਿਣੀਆਂ ਨੇ, ਕਦੇ ਖਤਮ ਹੀ ਨਹੀਂ ਹੋਣੀਆਂ। ਤਾਂ ਹੀ ਆਪਾਂ ਇਹ ਕਹਿੰਦੇ ਆ ਵੀ ਆਪਣੀਆਂ ਜ਼ਰੂਰਤਾਂ ਜਿਹੜੀਆਂ ਨੇ ਉਹ ਅਸੀਮਿਤ ਨੇ। ਹੁਣ ਤੀਜੀ ਸਮੱਸਿਆ ਇਹ ਆਉਂਦੀ ਹੈ ਵੀ ਜਿਹੜੇ ਆਪਣੇ ਕੋਲ ਆ ਸਾਧਨ ਹੈਗੇ ਸੀ, ਯਾਨੀ ਕਿ ਜਿਹੜੇ ਆਪਣੇ ਕੋਲ ਪੈਸੇ ਹੈਗੇ ਸੀ, ਉਹਨਾਂ ਦੇ ਕੀ ਨੇ, ਉਹਨਾਂ ਦੇ ਵਿਕਲਪਿਕ ਪ੍ਰਯੋਗ ਨੇ। ਹੁਣ ਇਹ ਵਿਕਲਪਿਕ ਪ੍ਰਯੋਗ ਕੀ ਹੁੰਦਾ ਹੈ? ਆਪਾਂ ਕੁਐਸਚਨ ਕਰਦੇ ਆ, ਤੁਹਾਨੂੰ ਇੱਕ ਨੰਬਰ ਵਾਲੇ ਕੁਐਸਚਨ ਆਉਂਦੇ ਨੇ, ਉਹਦੇ ਚ ਆਉਂਦਾ ਹੈ ਵਿਕਲਪਿਕ ਉੱਤਰਾਂ ਵਾਲੇ ਪ੍ਰਸ਼ਨ। ਵਿਕਲਪਿਕ ਉੱਤਰਾਂ ਵਾਲੇ ਪ੍ਰਸ਼ਨ ਮਤਲਬ ਕੀ ਹੋਏਗਾ? ਇੱਕ ਪ੍ਰਸ਼ਨ ਦਿੱਤਾ ਹੋਏਗਾ, ਉਹਦੇ ਨੀਚੇ ਕੀ ਹੋਏਗਾ? ਤੁਹਾਨੂੰ ਚਾਰ ਵਿਕਲਪ A B C D ਉਹ ਦਿੱਤੇ ਹੋਣਗੇ। ਉਹ ਕਿੰਨੇ ਹੁੰਦੇ? ਆਪਸ਼ਨਸ ਨੇ। ਹੁਣ ਕੀ ਹੋਏਗਾ? ਇੱਕ ਪ੍ਰਸ਼ਨ ਆਇਆ, ਉਹਦੇ ਨੀਚੇ ਹੁੰਦੇ ਚਾਰ ਆਪਸ਼ਨ ਸੀ, ਠੀਕ ਕਿੰਨੇ ਨੇ? ਇੱਕ। ਬਾਕੀ ਕਿੰਨੇ ਕੀ ਹੋਣਗੇ? ਗਲਤ ਹੋਣਗੇ। ਯਾਨੀ ਇਸੇ ਤਰ੍ਹਾਂ ਹੀ ਵਿਕਲਪ ਦਾ ਮਤਲਬ ਕੀ ਹੁੰਦਾ ਹੈ? ਆਪਸ਼ਨਸ। ਮਤਲਬ ਜਿਹੜੇ ਆਪਣੇ ਕੋਲ ਸਾਧਨ ਹੈਗੇ ਨੇ ਉਹਨਾਂ ਦੇ ਆਪਸ਼ਨਲ ਪ੍ਰਯੋਗ ਨੇ। ਮਤਲਬ ਜਿਹੜੇ ਤੁਹਾਡੇ ਕੋਲ ਸਾਧਨ ਹੈਗੇ ਨੇ, ਮੰਨ ਲਓ ਮੈਂ ਕਹਾਂ ਤੁਹਾਡੀ ਜੇਬ ਦੇ ਵਿੱਚ 100 ਰੁਪਏ ਨੇ, ਉਹ ਕੀ ਨੇ? ਸੀਮਿਤ ਨੇ। ਤੁਸੀਂ ਸਾਰੀਆਂ ਚੀਜ਼ਾਂ ਨਹੀਂ ਲੈ ਸਕਦੇ। ਜਿਹੜੀਆਂ ਤੁਹਾਡੀਆਂ ਜ਼ਰੂਰਤਾਂ ਨੇ ਉਹ ਤਾਂ ਅਸੀਮਿਤ ਨੇ। ਹੁਣ ਜਿਹੜੀ ਤੁਹਾਡੀ ਜੇਬ ਦੇ ਵਿੱਚ 100 ਰੁਪਏ ਨੇ ਉਹਦੇ ਕੀ ਨੇ? ਵਿਕਲਪਿਕ ਪ੍ਰਯੋਗ। ਪ੍ਰਯੋਗ ਕੀ ਹੁੰਦਾ ਹੈ? ਵਰਤੋਂ ਕਰਨਾ। ਤੁਸੀਂ ਉਹਨਾਂ ਨੂੰ ਵਿਕਲਪ ਦੇ ਤਰ੍ਹਾਂ ਪ੍ਰਯੋਗ ਕਰ ਸਕਦੇ ਹੋ। ਮਤਲਬ ਤੁਹਾਡੇ ਕੋਲ ਮੰਨ ਲਓ ਚਾਰ ਆਪਸ਼ਨ ਨੇ, ਤੁਸੀਂ ਉਹ 100 ਰੁਪਏ ਦੇ ਨਾਲ ਰੋਟੀ ਖਾ ਸਕਦੇ ਹੋ, ਬਾਈਕ ਦੇ ਵਿੱਚ ਪੈਟਰੋਲ ਪਵਾ ਸਕਦੇ ਹੋ, ਮੋਬਾਈਲ ਰੀਚਾਰਜ ਕਰਾ ਸਕਦੇ ਹੋ ਜਾਂ ਆਦਿ ਇੱਕ ਕਾਪੀ ਖਰੀਦ ਸਕਦੇ ਹੋ। ਹੁਣ ਤੁਹਾਡੇ ਕੋਲ ਚਾਰ ਆਪਸ਼ਨਸ ਆ ਗਏ A B C ਤੇ D। ਕਿਹੜੇ ਆਪਸ਼ਨ ਆਏ ਵੀ? ਆਪਾਂ ਰੋਟੀ ਖਾ ਸਕਦੇ ਹਾਂ, ਬਾਈਕ 'ਚ ਪੈਟਰੋਲ ਪਵਾ ਸਕਦੇ ਹਾਂ, ਮੋਬਾਈਲ ਰੀਚਾਰਜ ਕਰਾ ਸਕਦੇ ਹਾਂ ਤੇ ਆਪਾਂ ਕਾਪੀ ਲੈ ਸਕਦੇ ਹਾਂ। ਹੁਣ ਕੀ ਹੋਏਗਾ? 100 ਰੁਪਏ ਦਾ ਨੋਟ ਤਾਂ ਇੱਕ ਹੈ। ਹੁਣ ਆਪਣੇ ਕੋਲ ਚਾਰ ਆਪਸ਼ਨਸ ਨੇ, ਯਾਨੀ ਕਿ ਚਾਰ ਵਿਕਲਪ ਨੇ, ਪਰ ਆਪਾਂ ਨੂੰ ਕਿੰਨੇ ਚੁੱਕਣੇ ਪੈਣਗੇ ਵਿੱਚੋਂ? ਇੱਕ। ਯਾਨੀ ਜਦੋਂ ਆਪਾਂ ਇੱਕ ਚੁੱਕਾਂਗੇ ਇਹਦਾ ਮਤਲਬ ਕੀ ਹੋ ਗਿਆ? ਉਹ ਕਹਿੰਦਾ ਜਿਹੜੇ 100 ਰੁਪਏ ਨੇ ਤੁਸੀਂ ਉਹਨੂੰ ਕਈ ਤਰੀਕੇ ਨਾਲ ਵਰਤ ਸਕਦੇ ਹੋ, ਪਰ ਉਹਨਾਂ ਸਾਰੇ ਤਰੀਕਿਆਂ ਦੇ ਵਿੱਚੋਂ ਤੁਹਾਨੂੰ ਇੱਕ ਤਰੀਕਾ ਚੁੱਕਣਾ ਪਊਗਾ। ਤੁਹਾਨੂੰ ਇੱਕ ਤਰੀਕਾ ਜਿਹੜਾ ਉਹਦੀ ਚੋਣ ਕਰਨੀ ਪਏਗੀ। ਤਾਂ ਕੀ ਹੋਏਗਾ? ਆਪਣੇ ਸਾਹਮਣੇ ਕੀ ਆਏਗੀ? ਆਪਣੇ ਸਾਹਮਣੇ ਆਏਗੀ ਚੋਣ ਦੀ ਸਮੱਸਿਆ। ਠੀਕ ਹੈ। ਹੁਣ ਚੋਣ ਦੀ ਸਮੱਸਿਆ ਕਿਹੜੀ ਆਈ ਵੀ? ਆਪਾਂ ਆਦੇ ਕੋਲ ਜਿਹੜੇ 100 ਰੁਪਏ ਨੇ ਉਹਦੇ ਨਾਲ ਆਪਾਂ ਬਾਈਕ 'ਚ ਪੈਟਰੋਲ ਪਾਉਣਾ ਹੈ, ਮੋਬਾਈਲ ਰੀਚਾਰਜ ਕਰਾਉਣਾ ਹੈ, ਰੋਟੀ ਖਾਣੀ ਹੈ ਤੇ ਆਪਾਂ ਕਾਪੀ ਲੈਣੀ ਹੈ। ਉਹਨਾਂ ਸਾਰਿਆਂ ਵਿੱਚੋਂ ਆਪਾਂ ਨੂੰ ਕੀ ਕਰਨਾ ਪਏਗਾ? ਚੋਣ ਕਰਨੀ ਪਏਗੀ ਵੀ ਆਪਾਂ ਜਿਹੜੇ ਆਪਣੇ ਕੋਲ ਸੀਮਿਤ ਸਾਧਨ ਨੇ ਉਹਨਾਂ ਨਾਲ ਜਿਹੜੀਆਂ ਆਪਣੀਆਂ ਅਸੀਮਿਤ ਜ਼ਰੂਰਤਾਂ ਨੇ, ਜ਼ਰੂਰਤਾਂ ਕਿੰਨੀਆਂ ਹੋ ਗਈਆਂ? ਚਾਰ। ਹੁਣ ਆਪਾਂ ਉਹਨਾਂ ਚਾਰਾਂ ਦੇ ਵਿੱਚੋਂ ਕਿਹੜਾ ਜਿਹੜਾ ਹੈ ਉਹ ਆਪਾਂ ਆਪਸ਼ਨ ਲੈਣਾ ਹੈ, ਕਿਹੜਾ ਵਿਕਲਪ ਲੈਣਾ ਹੈ, ਕਿੰਦੀ ਆਪਾਂ ਚੋਣ ਕਰਨੀ ਹੈ। ਹੁਣ ਸੋਚੋ ਵੀ ਇਹ ਜਿਹੜੀ ਚੋਣ ਦੀ ਸਮੱਸਿਆ ਹੈ ਇਹ ਤੁਹਾਨੂੰ ਕਿਉਂ ਆਈ? ਕਿਉਂਕਿ ਤੁਹਾਡੇ ਕੋਲ ਪੈਸੇ ਜਿਹੜੇ ਨੇ ਉਹ ਕੀ ਸੀ? ਘੱਟ ਸੀ। ਤੁਹਾਡੀਆਂ ਜ਼ਰੂਰਤਾਂ ਜਿਹੜੀਆਂ ਸੀ ਉਹ ਕੀ ਸੀ? ਜ਼ਿਆਦਾ ਸੀ। ਤਾਂ ਉਹ ਨਾਲੇ ਕੀ ਹੋ ਗਿਆ? ਜਿਹੜੇ ਪੈਸੇ ਸੀ ਉਹਨਾਂ ਨੂੰ ਤੁਸੀਂ ਕਈ ਤਰੀਕੇ ਨਾਲ ਵਰਤ ਸਕਦੇ ਸੀ, ਤਾਂ ਹੀ ਤੁਹਾਨੂੰ ਕੀ ਕਰਨਾ ਪਿਆ? ਚੋਣ ਦੀ ਸਮੱਸਿਆ ਆਣੀ ਪਈ। ਇਹੀ ਗੱਲ ਆਪਣੇ ਘਰਾਂ ਤੇ ਵੀ ਲੱਗਦੀ ਹੈ ਵੀ ਆਪਣੇ ਘਰ ਦੇ ਵਿੱਚ ਜਿਹੜੀ ਤਨਖਾਹ ਆਉਂਦੀ ਹੈ, ਜਿਹੜੇ ਤੁਹਾਡੇ ਪਾਪਾ ਜਾਂ ਮੰਮੀ ਜਿਹੜੇ ਤਨਖਾਹ ਲੈ ਕੇ ਆਉਂਦੇ ਨੇ ਜਾਂ ਪੈਸੇ ਕਮਾ ਕੇ ਲੈ ਕੇ ਆਉਂਦੇ ਨੇ, ਉਹ ਕੀ ਹੁੰਦੇ ਨੇ? ਘੱਟ ਹੁੰਦੇ ਨੇ। ਹੁਣ ਤੁਹਾਡੇ ਘਰ ਦੀਆਂ ਜ਼ਰੂਰਤਾਂ ਬਹੁਤ ਜ਼ਿਆਦਾ ਨੇ, ਨਾਲ ਕੀ ਹੈ ਜਿਹੜੇ ਪੈਸੇ ਕਮਾ ਕੇ ਲਿਆਣਗੇ ਤੁਸੀਂ ਉਹਨੂੰ ਕਈ ਤਰੀਕੇ ਨਾਲ ਵਰਤੋਂ ਵਿੱਚ ਲਿਆ ਸਕਦੇ ਹੋ। ਹੁਣ ਤੁਹਾਨੂੰ ਕੀ ਕਰਨਾ ਪਏਗਾ? ਉਹਨਾਂ ਸਾਰੀਆਂ ਵਰਤੋਂ ਦੇ ਵਿੱਚੋਂ ਕੁਝ ਚੀਜ਼ਾਂ ਦਾ ਚੁਣਾਵ ਕਰਨਾ ਪਏਗਾ, ਕੁਝ ਚੀਜ਼ਾਂ ਦੀ ਚੋਣ ਕਰਨੀ ਪਏਗੀ। ਤਾਂ ਇਕਨੋਮਿਕਸ ਜਿਹੜੀ ਹੈ ਉਹ ਕੀ ਕਰਦੀ ਹੈ? ਤੁਸੀਂ ਹੁਣ ਸੋਚੋ
ਆਪਣੇ ਘਰ ਦਾ ਪ੍ਰਬੰਧ ਚਲਾਉਣ ਦੇ ਵਿੱਚ, ਮਤਲਬ ਆਪਣੇ ਘਰ ਲਈ ਬਜਟ ਬਣਾਉਣ ਦੇ ਵਿੱਚ ਇਕਨੋਮਿਕਸ ਆਪਣੀ ਮਦਦ ਕਰਦੀ ਹੈ। ਇਕਨੋਮਿਕਸ ਆਪਾਂ ਨੂੰ ਇਹ ਦੱਸਦੀ ਹੈ ਵੀ ਜਿਹੜੀਆਂ ਜ਼ਰੂਰਤਾਂ ਬਹੁਤ ਜ਼ਰੂਰੀ ਨੇ ਉਹਨਾਂ ਨੂੰ ਕੀ ਕਰੋ, ਉੱਪਰ ਰੱਖੋ। ਫਿਰ ਜਿਵੇਂ ਜਿਵੇਂ ਉਹ ਜ਼ਰੂਰਤਾਂ ਦੀ ਜਿਹੜੀ ਇੰਟੈਂਸਿਟੀ ਹੈ ਉਹ ਘਟਦੀ ਜਾਂਦੀ ਹੈ, ਮਤਲਬ ਜਿਵੇਂ ਜਿਵੇਂ ਜ਼ਰੂਰਤਾਂ ਘੱਟ ਜ਼ਰੂਰੀ ਹੋ ਜਾਂਦੀਆਂ ਨੇ, ਤੁਸੀਂ ਕੀ ਕਰੋ, ਥੱਲੇ 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 ਜਾਂਦੇ ਰਹੋ। ਜਿਹੜੀਆਂ ਬਹੁਤ ਹੀ ਘੱਟ ਜ਼ਰੂਰੀ ਜ਼ਰੂਰਤਾਂ ਨੇ ਉਹਨੂੰ ਕੀ ਕਰੋ, ਉਹਨੂੰ ਸਭ ਤੋਂ ਥੱਲੇ ਰੱਖੋ। ਤਾਂ ਇਕਨੋਮਿਕਸ ਜਿਹੜਾ ਹੈ ਉਹਦਾ ਮਤਲਬ ਕੀ ਲਿਆ, ਓਕਾਇਸ ਤੇ ਨੈਮਿਨ, ਘਰੇਲੂ ਪ੍ਰਬੰਧ, ਆਪਣੇ ਘਰ ਦਾ ਪ੍ਰਬੰਧ ਬਣਾਉਣਾ, ਆਪਣੇ ਘਰ ਦਾ ਪ੍ਰਬੰਧ ਚਲਾਉਣਾ। ਉਹਦੇ ਵਾਸਤੇ ਇਕਨੋਮਿਕਸ ਕੀ ਕਰੇਗੀ, ਆਪਣੀ ਮਦਦ ਕਰੇਗੀ ਤਾਂ ਕਿ ਆਪਾਂ ਕੀ ਕਰ ਸਕੀਏ, ਆਪਣੇ ਘਰ ਵਾਸਤੇ ਬਜਟ ਬਣਾ ਸਕੀਏ। ਤਾਂ ਇੱਕ ਅਜਿਹਾ ਸਬਜੈਕਟ ਜਿਹੜਾ ਆਪਣੀ ਇਸ ਬਜਟ ਨੂੰ ਬਣਾਉਣ ਦੇ ਵਿੱਚ, ਆਪਣੀਆਂ ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਵਿੱਚ, ਆਪਣੇ ਘਰ ਦਾ ਪ੍ਰਬੰਧ ਚਲਾਉਣ ਦੇ ਵਿੱਚ ਆਪਣੀ ਮਦਦ ਕਰਦਾ ਹੈ, ਉਸ ਸਬਜੈਕਟ ਨੂੰ ਆਪਾਂ ਕੀ ਕਹਿੰਦੇ ਆ, ਅਰਥ ਸ਼ਾਸਤਰ ਕਹਿੰਦੇ ਆ, ਜਾਂ ਉਹਨੂੰ ਆਪਾਂ ਇਕਨੋਮਿਕਸ ਕਹਿੰਦੇ ਆ। ਗੱਲ ਸਮਝ ਲੱਗ ਗਈ ਜੀ। ਹੁਣ ਆਪਾਂ ਅੱਗੇ ਚੱਲਦੇ ਆ। ਇਸ ਤੋਂ ਬਾਅਦ ਦੇਖੋ, ਹੁਣ ਅਗਰ ਆਪਾਂ ਇਹ ਕਹਿੰਦੇ ਆ ਵੀ ਜਿਹੜਾ ਅਰਥ ਸ਼ਾਸਤਰ ਹੈ ਜਾਂ ਜੋ ਇਕਨੋਮਿਕਸ ਹੈ ਉਹ ਇੱਕ ਸਬਜੈਕਟ ਹੈ, ਤਾਂ ਕੀ ਹੋਣਾ ਚਾਹੀਦਾ ਹੈ, ਉਸ ਸਬਜੈਕਟ ਦੀ ਇੱਕ ਪਰਿਭਾਸ਼ਾ ਵੀ ਹੋਣੀ ਚਾਹੀਦੀ ਹੈ, ਇੱਕ ਡੈਫੀਨੇਸ਼ਨ ਵੀ ਹੋਣੀ ਚਾਹੀਦੀ ਹੈ। ਤਾਂ ਬਹੁਤ ਸਾਰੇ ਅਰਥ ਸ਼ਾਸਤਰੀਆਂ ਨੇ ਸਮੇਂ-ਸਮੇਂ ਤੇ ਇਕਨੋਮਿਕਸ ਬਾਰੇ ਜਾਂ ਅਰਥ ਸ਼ਾਸਤਰ ਬਾਰੇ ਆਪਣੀਆਂ ਪਰਿਭਾਸ਼ਾਵਾਂ ਦਿੱਤੀਆਂ। ਆਪਾਂ ਹੁਣ ਉਹ ਸਾਰੀਆਂ ਪਰਿਭਾਸ਼ਾਵਾਂ ਜਿਹੜੀਆਂ ਨੇ ਉਹ ਆਪਾਂ ਇੱਕ ਇੱਕ ਕਰਕੇ ਦੇਖਾਂਗੇ। ਹੁਣ ਕੀ ਹੋਏਗਾ, ਜਦੋਂ ਆਪਾਂ ਹਰੇਕ ਪਰਿਭਾਸ਼ਾ ਕਰਾਂਗੇ ਉਹਦੇ ਨਾਲ ਆਪਾਂ ਉਹਦੀ ਆਲੋਚਨਾ ਵੀ ਕਰਾਂਗੇ, ਮਤਲਬ ਕੀ ਹੋਏਗਾ, ਆਪਾਂ ਉਹਦੀਆਂ ਗਲਤੀਆਂ ਵੀ ਦੱਸਾਂਗੇ। ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਪਰਿਭਾਸ਼ਾ ਗਲਤ ਹੈ। ਐਕਚੁਅਲੀ ਕੀ ਹੈ ਵੀ ਜਿਹੜਾ ਇਕਨੋਮਿਕਸ ਹੈ ਉਹ ਕੋਈ ਸਥਿਰ ਸਬਜੈਕਟ ਨਹੀਂ ਹੈਗਾ, ਮਤਲਬ ਕੋਈ ਐਸਾ ਸਬਜੈਕਟ ਨਹੀਂ ਹੈਗਾ ਜਿਹਦੇ ਵਿੱਚ ਬਦਲਾਵ ਨਹੀਂ ਹੋ ਸਕਦੇ। ਹਰ ਰੋਜ਼ ਇਕਨੋਮਿਕਸ ਦੇ ਵਿੱਚ ਨਵੀਆਂ ਚੀਜ਼ਾਂ ਜਿਹੜੀਆਂ ਨੇ ਉਹ ਜੁੜ ਰਹੀਆਂ ਨੇ। ਜਿਹੜੇ ਪੁਰਾਣੇ ਅਰਥ ਸ਼ਾਸਤਰੀ ਰਹੇ ਨੇ ਉਹਨਾਂ ਨੇ ਜਦੋਂ ਇਕਨੋਮਿਕਸ ਦੀ ਪਰਿਭਾਸ਼ਾ ਦਿੱਤੀ ਸੀ ਉਦੋਂ ਸ਼ਾਇਦ ਇਕਨੋਮਿਕਸ ਐਡਾ ਵੱਡਾ ਸਬਜੈਕਟ ਨਹੀਂ ਰਿਹਾ ਹੋਵੇਗਾ, ਤਾਂ ਉਹਨਾਂ ਨੇ ਕੀ ਕੀਤਾ, ਬੜੀ ਛੋਟੀ ਚੀਜ਼ ਨੂੰ ਲੈ ਕੇ ਇਕਨੋਮਿਕਸ ਦੀ ਪਰਿਭਾਸ਼ਾ ਦੇ ਦਿੱਤੀ। ਬਾਅਦ ਚ ਕੀ ਹੋਇਆ, ਹੋਰ ਨਵੀਆਂ ਚੀਜ਼ਾਂ ਜੁੜ ਗਈਆਂ, ਤਾਂ ਆਪਾਂ ਨੂੰ ਲੱਗਿਆ ਨਹੀਂ ਉਹਨੇ ਤਾਂ ਗਲਤ ਪਰਿਭਾਸ਼ਾ ਦੇ ਦਿੱਤੀ। ਗਲਤ ਨਹੀਂ ਦਿੱਤੀ ਸੀ। ਕੀ ਹੋਇਆ, ਅਰਥ ਸ਼ਾਸਤਰ ਦਾ ਖੇਤਰ ਜਿਹੜਾ ਹੈ ਉਹ ਦਿਨ ਬ ਦਿਨ ਵੱਡਾ ਹੋ ਰਿਹਾ ਹੈ। ਇਸ ਕਰਕੇ ਜਿਹੜੀਆਂ ਪਰਿਭਾਸ਼ਾਵਾਂ ਨੇ ਜਿਹੜੀਆਂ ਪੁਰਾਣੀਆਂ ਦਿੱਤੀਆਂ ਗਈਆਂ ਨੇ ਉਹਨਾਂ 'ਚ ਆਪਾਂ ਨੂੰ ਕੁਝ ਨਾ ਕੁਝ ਕਮੀਆਂ ਜਿਹੜੀਆਂ ਨੇ ਉਹ ਨਜ਼ਰ ਆ ਜਾਂਦੀਆਂ ਨੇ। ਤਾਂ ਆਪਾਂ ਇੱਕ ਇੱਕ ਕਰਕੇ ਉਹਨਾਂ ਸਾਰੀਆਂ ਪਰਿਭਾਸ਼ਾਵਾਂ ਬਾਰੇ ਜਿਹੜਾ ਉਹ ਆਪਾਂ ਅੱਜ ਗੱਲ ਕਰਾਂਗੇ। ਜਿਹੜੀ ਸਭ ਤੋਂ ਪਹਿਲੀ ਪਰਿਭਾਸ਼ਾ ਅਰਥ ਸ਼ਾਸਤਰ ਬਾਰੇ ਦਿੱਤੀ ਗਈ ਸੀ ਉਹ ਦਿੱਤੀ ਸੀ ਕੌਟਿਲਿਆ ਨੇ। ਕੌਟਿਲਿਆ ਨੂੰ ਤੁਸੀਂ ਚਾਣਕਯ ਵੀ ਕਹਿ ਸਕਦੇ ਹੋ। ਹੁਣ ਤੁਸੀਂ ਆਪਣੀ ਹਿਸਟਰੀ ਦੇ ਵਿੱਚ ਕੌਟਿਲਿਆ ਤੇ ਚਾਣਕਯ ਦਾ ਨਾਮ ਸੁਣਿਆ ਹੋਵੇਗਾ। ਚਾਣਕਯ ਜਾਂ ਕੌਟਿਲਿਆ ਕੌਣ ਸੀ? ਉਹ ਹੈਗਾ ਸੀ ਚੰਦਰਗੁਪਤ ਮੌर्य ਦਾ ਪ੍ਰਧਾਨ ਮੰਤਰੀ। ਉਹਨੇ ਇਕਨੋਮਿਕਸ ਤੇ ਆਪਣੀ ਪਹਿਲੀ ਬੁੱਕ ਲਿਖੀ, ਕਿਤਾਬ ਲਿਖੀ। ਉਸ ਕਿਤਾਬ ਦਾ ਨਾਮ ਸੀ ਇਕੋਨੋਮਿਕਾ, ECONOMICA। ऐसे किताब के नाम पे ही अपने चैनल का नाम भी ਅਸੀਂ इकोनॉमिका ही रखा है, क्योंकि इकोनॉमिका की सी ਇਹ अर्थशास्त्र ਤੇ ਲਿਖੀ ਹੋਈ ਪਹਿਲੀ ਕਿਤਾਬ ਸੀ। ਹੁਣ ਉਹਦੇ ਵਿੱਚ ਕੌਟਿਲਿਆ ਤੇ ਚਾਣਕਯ ਨੇ ਕੀ ਕੀਤਾ, ਆਪਣੀ ਅਰਥਸ਼ਾਸਤਰ ਦੀ ਪਰਿਭਾਸ਼ਾ ਦਿੱਤੀ। ਪਰ ਕੌਟਿਲਿਆ ਤੇ ਚਾਣਕਯ ਦੇ ਸਮੇਂ ਤੇ ਅਰਥਸ਼ਾਸਤਰ ਨਾਮ ਦਾ ਕੋਈ ਸਬਜੈਕਟ ਹੀ ਨਹੀਂ ਹੁੰਦਾ ਸੀ। ਉਸ ਟਾਈਮ ਤੇ ਜਿਹੜਾ ਸਬਜੈਕਟ ਹੁੰਦਾ ਸੀ ਉਹਦਾ ਨਾਮ ਸੀ ਪੋਲਿਟੀਕਲ ਇਕਨੋਮੀ, ਯਾਨੀ ਕਿ ਪੋਲਿਟੀਕਲ ਕੀ ਹੋਇਆ, ਰਾਜਨੀਤਕ, ਇਕਨੋਮੀ ਕੀ ਹੋਇਆ, ਅਰਥਸ਼ਾਸਤਰ, यानी कि राजनीतिक अर्थशास्त्र। यानी ਉਹਦੇ ਵਿੱਚ ਕੀ ਹੁੰਦਾ ਸੀ ਵੀ ਜਿਹੜਾ ਅਰਥਸ਼ਾਸਤਰ ਹੈ ਉਹਦੀ ਵਰਤੋਂ ਕੀਤੀ ਜਾਂਦੀ ਸੀ ਕਿਸ ਵਾਸਤੇ, ਆਪਣੀ ਰਾਜਨੀਤੀ ਚਲਾਉਣ ਵਾਸਤੇ। ਕਿਉਂ, ਆਪਾਂ ਹੁਣੇ ਗੱਲ ਕੀਤੀ ਵੀ ਜਿਹੜਾ ਕੌਟਿਲਿਆ ਚਾਣਕਯ ਹੈ ਉਹ ਕੌਣ ਸੀ, ਚੰਦਰਗੁਪਤ ਮੌर्य ਦਾ ਪ੍ਰਧਾਨ ਮੰਤਰੀ ਸੀ। ਤਾਂ ਕੌਣ ਹੋਇਆ, ਇੱਕ ਰਾਜਨੀਤਿਕ ਹੋਇਆ। ਉਹਨੇ ਕੀ ਕਰਨਾ ਹੈ, ਆਪਣੀ ਰਾਜਨੀਤੀ ਚਲਾਣੀ ਹੈ। ਤਾਂ ਉਹਨੇ ਆਪਣੀ ਰਾਜਨੀਤੀ ਚਲਾਉਣ ਵਾਸਤੇ ਅਰਥਸ਼ਾਸਤਰ ਦੀ ਵਰਤੋਂ ਕੀਤੀ। ਹੁਣ ਉਹ ਕੀ ਕਹਿੰਦਾ ਹੈ, ਉਹ ਕਹਿੰਦਾ ਸੀ ਵੀ ਅਗਰ ਕੋਈ ਰਾਜਾ ਆਪਣੀ ਪ੍ਰਜਾ ਦੇ ਉੱਪਰ ਕੋਈ ਟੈਕਸ ਲਗਾਉਂਦਾ ਹੈ ਤਾਂ ਉਸ
ਜਸਟੀਫਾਈ ਕਰਨਾ ਚਾਹੀਦਾ ਹੈ। ਜਸਟੀਫਾਈ ਕਰਨ ਦਾ ਮਤਲਬ ਕੀ ਹੋਇਆ ਵੀ ਅਗਰ ਕੋਈ ਟੈਕਸ ਲਗਾਇਆ ਜਾ ਰਿਹਾ ਹੈ ਪਹਿਲਾਂ ਲੋਕਾਂ ਨੂੰ ਇਹ ਵਿਸ਼ਵਾਸ ਦਿਲਾਇਆ ਜਾਵੇ ਵੀ ਜਿੰਨਾ ਟੈਕਸ ਉਹਨਾਂ ਤੇ ਲਾਇਆ ਜਾ ਰਿਹਾ ਹੈ ਯਾਨੀ ਟੈਕਸ ਦੇ ਤੌਰ ਤੇ ਜਿੰਨੇ ਪੈਸੇ ਉਹਨਾਂ ਕੋਲੋਂ ਲਏ ਜਾ ਰਹੇ ਨੇ ਉਹਨਾਂ ਹੀ ਮੁਨਾਫਾ ਉਹਨਾਂ ਹੀ ਬੈਨੀਫਿਟ ਉਹਨਾਂ ਹੀ ਲਾਭ ਜਿਹੜਾ ਹੈ ਉਹ ਉਹਨਾਂ ਨੂੰ ਦਿੱਤਾ ਵੀ ਜਾਏਗਾ। ਮਤਲਬ ਇੱਕ ਹੱਥੋਂ ਜਿੰਨਾ ਪੈਸਾ ਲਿਆ ਜਾ ਰਿਹਾ ਹੈ ਰਾਜਾ ਦੁਆਰਾ ਦੂਜੇ ਹੱਥੋਂ ਉਹਨਾਂ ਹੀ ਲਾਭ ਜਿਹੜਾ ਹੈ ਉਹ ਜਨਤਾ ਨੂੰ ਦਿੱਤਾ ਜਾਵੇ। ਜੇਕਰ ਜਨਤਾ ਨੂੰ ਇਹ ਵਿਸ਼ਵਾਸ ਹੋ ਗਿਆ ਵੀ ਜਿੰਨਾ ਪੈਸਾ ਸਰਕਾਰ ਸਾਡੇ ਕੋਲੋਂ ਜਾਂ ਰਾਜਾ ਸਾਡੇ ਕੋਲ ਟੈਕਸ ਦੇ ਤੌਰ ਤੇ ਲੈ ਰਿਹਾ ਹੈ ਕੱਲ ਨੂੰ ਸਾਨੂੰ ਉਹਨਾਂ ਹੀ ਮੁਨਾਫਾ ਵੀ ਸਰਕਾਰ ਦੇਵੇਗੀ ਜਾਂ ਰਾਜਾ ਦੇਵੇਗਾ ਉਹ ਟੈਕਸ ਦੇਣ ਵਾਸਤੇ ਬਿਲਕੁਲ ਤਿਆਰ ਹੋ ਜਾਣਗੇ। ਤਾਂ ਉਹਨੇ ਇਕਨੋਮਿਕਸ ਨੂੰ ਯਾਨੀ ਕਿ ਅਰਥ ਸ਼ਾਸਤਰ ਨੂੰ ਸਿਰਫ ਕਿਸ ਵਾਸਤੇ ਚਲਾਇਆ ਇੱਕ ਰਾਜਾ ਦੀ ਰਾਜਨੀਤੀ ਚਲਾਉਣ ਵਾਸਤੇ। ਮਤਲਬ ਅਗਰ ਇੱਕ ਰਾਜਾ ਇਸ ਤਰ੍ਹਾਂ ਕਰੇਗਾ ਉਹਦੀ ਜਿਹੜੀ ਪ੍ਰਜਾ ਹੈ ਉਹਦੇ ਤੋਂ ਬਿਲਕੁਲ ਖੁਸ਼ ਰਹੇਗੀ। ਬਾਅਦ ਵਿੱਚ ਕੀ ਹੋਇਆ ਬਾਅਦ ਚ ਜਿਹੜਾ ਰਾਜਨੀਤਿਕ ਅਰਥ ਸ਼ਾਸਤਰ ਹੈ ਇਸ ਵਿਸ਼ੇ ਦੇ ਦੋ ਹਿੱਸੇ ਹੋ ਗਏ। ਰਾਜਨੀਤਿਕ ਅਲੱਗ ਹੋ ਗਿਆ ਤੇ ਅਰਥ ਸ਼ਾਸਤਰ ਅਲੱਗ ਹੋ ਗਿਆ। ਰਾਜਨੀਤਿਕ ਯਾਨੀ ਕਿ ਪੋਲਿਟਿਕਲ ਤੋਂ ਬਣ ਗਿਆ ਪੋਲਿਟਿਕਲ ਸਾਇੰਸ ठीक है ਤੇ ਇਕਨੋਮੀ ਤੋਂ ਬਣ ਗਿਆ ਅਰਥ ਸ਼ਾਸਤਰ। ਇਹ ਦੋ ਵਿਸ਼ੇ ਅਲੱਗ-ਅਲੱਗ ਹੋ ਗਏ। ਹੁਣ ਇਹਦੀ ਜਿਹੜੀ ਪਰਿਭਾਸ਼ਾ ਹੈ ਜੋ ਕਿ ਚਾਣਕਿਆ ਕੌਟਿल्य ਨੇ ਦਿੱਤੀ ਸੀ ਉਹਨੂੰ ਆਪਾਂ ਕੋਈ ਅਰਥ ਸ਼ਾਸਤਰ ਦੀ ਇੱਕ ਚੰਗੀ ਪਰਿਭਾਸ਼ਾ ਨਹੀਂ ਮੰਨਦੇ। ਕਿਉਂ ਨਹੀਂ ਮੰਨਦੇ ਕਿਉਂਕਿ ਉਹਨੇ ਅਰਥ ਸ਼ਾਸਤਰ ਦੀ ਵਰਤੋਂ ਕਿਸ ਵਾਸਤੇ ਕੀਤੀ ਸਿਰਫ ਤੇ ਸਿਰਫ ਰਾਜਨੀਤੀ ਚਲਾਉਣ ਵਾਸਤੇ। ਪਰ ਇਕਨੋਮਿਕਸ ਕੋਈ ਅਜਿਹਾ ਵਿਸ਼ਾ ਨਹੀਂ ਹੈ ਜਿਹੜਾ ਸਿਰਫ ਤੇ ਸਿਰਫ ਰਾਜਨੀਤੀ ਚਲਾਉਣ ਵਾਸਤੇ ਯੂਜ਼ ਹੁੰਦਾ। ਇਕਨੋਮਿਕਸ ਦੇ ਹੋਰ ਬੜੀਆਂ ਸਾਰੇ ਆਪਾਂ ਯੂਜ਼ ਕਰ ਸਕਦੇ ਹਾਂ। ਤਾਂ ਆਪਾਂ ਚਾਣਕਿਆ ਦੀ ਪਰਿਭਾਸ਼ਾ ਨੂੰ ਅਰਥ ਸ਼ਾਸਤਰ ਦੀ ਕੋਈ ਬਹੁਤ ਵਧੀਆ ਪਰਿਭਾਸ਼ਾ ਜਿਹੜੀ ਉਹ ਨਹੀਂ ਮੰਨਦੇ। ਪਰ ਆਪਾਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਜਿਹੜਾ ਕੌਟਿल्य ਜਾਂ ਚਾਣਕਿਆ ਸੀ ਉਹਨੇ ਅਰਥ ਸ਼ਾਸਤਰ ਦੀ ਪਰਿਭਾਸ਼ਾ ਦੇਣ ਦੀ ਕੋਸ਼ਿਸ਼ ਕੀਤੀ। ਕਈ ਵਾਰ ਉਹਦੀ ਕਿਤਾਬ ਦਾ ਨਾਮ ਆ ਜਾਂਦਾ ਹੈ ਤਾਂ ਕਿਤਾਬ ਦਾ ਨਾਮ ਕੀ ਰਹੇਗਾ ਇਕੋਨੋਮਿਕਾ। ਠੀਕ ਹੋ ਗਿਆ ਜੀ। ਦੂਸਰੀ ਇਸ ਤੋਂ ਬਾਅਦ ਫਿਰ ਬੜੇ ਸਾਰੇ ਹੋਰ ਅਰਥ ਸ਼ਾਸਤਰੀ ਆਏ ਜਿਨ੍ਹਾਂ ਨੇ ਅਰਥ ਸ਼ਾਸਤਰ ਦੀ ਪਰਿਭਾਸ਼ਾ ਦਿੱਤੀ। ਉਹਨਾਂ ਵਿੱਚੋਂ ਜਿਹੜੇ ਸਭ ਤੋਂ ਪਹਿਲਾਂ ਆਏ ਉਹਨਾਂ ਨੂੰ ਆਪਾਂ ਕਹਿੰਦੇ ਆ ਵਪਾਰਵਾਦੀ। ਵਪਾਰਵਾਦੀ ਜਿਹੜੇ ਨੇ ਇੰਗਲਿਸ਼ ਵਿੱਚ ਇਹਨਾਂ ਨੂੰ ਕਿਹਾ ਜਾਂਦਾ ਹੈ ਮਰਕੈਂਟਲਿਸਟ। ਯਾਨੀ ਮਰਕੈਂਟਲਿਸਟ ਕਿੱਥੋਂ ਬਣਿਆ ਮਰਚੈਂਟ ਤੋਂ। ਮਰਚੈਂਟ ਕੌਣ ਹੁੰਦਾ ਹੈ ਵਪਾਰੀ ਤਾਂ ਉਹਨੂੰ ਆਪਾਂ ਕਹਿੰਦੇ ਆ ਵਪਾਰਵਾਦੀ। ਜਿਹੜੇ ਵਪਾਰਵਾਦੀ ਸੀ ਉਹ ਕਿੱਥੋਂ ਦੇ ਸੀ ਉਹ ਸੀ ਇੰਗਲੈਂਡ ਦੇ। ਹੁਣ ਅਗਰ ਆਪਾਂ ਵਪਾਰਵਾਦੀਆਂ ਦੀ ਗੱਲ ਕਰੀਏ ਜਿਹੜੇ ਵਪਾਰੀ ਹੁੰਦੇ ਆ ਵਪਾਰੀਆਂ ਦਾ ਕੰਮ ਕੀ ਹੁੰਦਾ ਵਪਾਰੀਆਂ ਦਾ ਕੰਮ ਹੁੰਦਾ ਹੈ ਚੀਜ਼ ਨੂੰ ਵੇਚਣਾ ਪੈਸੇ ਕਮਾਣੇ ਯਾਨੀ ਕਿ ਮੁਨਾਫਾ ਕਮਾਉਣਾ ਪੈਸੇ ਨਾਲ ਸੰਬੰਧ ਰੱਖਣਾ। ਤਾਂ ਜਿਹੜੇ ਵਪਾਰਵਾਦੀ ਸੀ ਉਹਨਾਂ ਨੇ ਕੀ ਕੀਤਾ ਅਰਥ ਸ਼ਾਸਤਰ ਦੀ ਪਰਿਭਾਸ਼ਾ ਦਿੱਤੀ ਇਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਧਨ ਨੂੰ ਧਿਆਨ 'ਚ ਰੱਖ ਕੇ। ਉਹ ਕਹਿੰਦੇ ਹੈ ਵੀ ਅਗਰ ਇਕਨੋਮਿਕਸ ਦੇ ਵਿੱਚ ਅਰਥ ਸ਼ਾਸਤਰ ਦੇ ਵਿੱਚ ਕੋਈ ਚੀਜ਼ ਮਾਇਨੇ ਰੱਖਦੀ ਹੈ ਮਹੱਤਵ ਰੱਖਦੀ ਹੈ ਤਾਂ ਕੀ ਹੈ ਧਨ ਹੈ। ਕਿਉਂ ਵਪਾਰ ਕਿਹਦੇ ਨਾਲ ਹੋਊਗਾ ਧਨ ਨਾਲ ਹੋਊਗਾ। ਤਾਂ ਉਹਨਾਂ ਨੇ ਆਪਣੀ ਪਰਿਭਾਸ਼ਾ ਦੇ ਵਿੱਚ ਸਿਰਫ ਤੇ ਸਿਰਫ ਧਨ ਨੂੰ ਹੀ ਮਹੱਤਵ ਦਿੱਤਾ ਬਾਕੀ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੇ ਪਿੱਛੇ ਰੱਖਤਾ। ਉਹ ਕਹਿੰਦੇ ਸੀ ਕਿ ਅਗਰ ਤੁਸੀਂ ਕੋਈ ਜੰਗ ਜਿੱਤਣੀ ਹੈ ਤਾਂ ਉਹਦੇ ਵਾਸਤੇ ਤਿੰਨ ਚੀਜ਼ਾਂ ਦੀ ਲੋੜ ਹੈ। ਉਹ ਤਿੰਨ ਚੀਜ਼ਾਂ ਕੀ ਨੇ ਉਹ ਕਹਿੰਦੇ ਨੇ ਪੈਸਾ ਪੈਸਾ ਤੇ ਹੋਰ ਪੈਸਾ। ਉਹ ਕਹਿੰਦੇ ਹੈ 3 things are required to win a war money money and still more money। मतलब जो गल ਕੀਤੀ ਪੈਸੇ ਦੀ ਕੀਤੀ ਪੈਸੇ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਕੀਤੀ। ਪਰ ਆਪਾਂ ਨੂੰ ਪਤਾ ਹੈ ਵੀ ਇਕਨੋਮਿਕਸ ਜਿਹੜਾ ਹੈ ਉਹ ਪੈਸੇ ਨਾਲ ਸੰਬੰਧ ਜ਼ਰੂਰ ਰੱਖਦਾ ਹੈ। ਕਿਉਂ ਉਹਦਾ ਨਾਮ ਦੇਖੋ ਅਰਥ ਸ਼ਾਸਤਰ। ਸ਼ਾਸਤਰ ਵੀ ਹੁੰਦਾ ਕਿਤਾਬ ਉਹ ਗ੍ਰੰਥ ਹੋ ਸਕਦਾ ਹੈ। ਜਿਹੜੀ ਕਿਤਾਬ ਹੈ ਜਿਹੜਾ ਗ੍ਰੰਥ ਹੈ ਉਹ ਕਿਸ ਚੀਜ਼ ਨਾਲ ਸੰਬੰਧ ਰੱਖਦਾ ਹੈ ਅਰਥ ਦੇ ਨਾਲ। ਅਰਥ ਮਤਲਬ ਪੈਸਾ। ਤੁਸੀਂ ਆਪਣੀਆਂ ਛੋਟੀਆਂ ਕਲਾਸਾਂ ਵਿੱਚ ਜਾ ਕੇ ਹਿੰਦੀ ਦੇ ਪਰਿਵਾਚੀ ਸ਼ਬਦ ਆਉਂਦੇ ਆ ਉਹਦੇ ਤੁਸੀਂ ਪੈਸੇ ਜਾਂ ਧਨ ਦਾ ਪਰਿਵਾਚੀ ਵੇਖ ਸਕਦੇ ਹੋ ਤਾਂ ਉਹਦੇ ਵਿੱਚ ਅਰਥ ਸ਼ਬਦ ਜਿਹੜਾ ਹੈ ਉਹ ਜ਼ਰੂਰ ਨਜ਼ਰ ਆਏਗਾ। ਯਾਨੀ ਇਕਨੋਮਿਕਸ ਕੀ ਹੈ ਉਹ ਇੱਕ ਧਨ ਦਾ ਸ਼ਾਸਤਰ ਹੈ ਧਨ ਦੀ ਕਿਤਾਬ ਹੈ। ਉਹਨਾਂ ਨੇ ਕੀ ਕੀਤਾ ਜਿਹੜੇ ਵਪਾਰਵਾਦੀ ਸੀ ਇਹਦੇ ਨਾਮ ਨੂੰ ਹੀ ਫੜ ਲਿਆ ਵੀ ਆਪਾਂ ਕੀ ਕਹਿ ਰਹੇ ਹਾਂ ਕਿਉਂਕਿ ਧਨ ਦਾ ਸ਼ਾਸਤਰ ਹੈ ਇਹਦੀ ਪਰਿਭਾਸ਼ਾ ਵੀ ਕਿਸ ਆਧਾਰ ਤੇ ਦਿਆਂਗੇ ਧਨ ਦੇ ਆਧਾਰ ਤੇ ਦਿਆਂਗੇ। ਪਰ ਗੱਲ ਸੋਚਣ ਵਾਲੀ ਹੈ ਵੀ ਖਾਲੀ ਪੈਸਾ ਇਕਨੋਮਿਕਸ ਦੇ ਵਿੱਚ ਥੋੜੀ ਆਉਂਦਾ
अगर एक बंदे को बहुत पैसा है पर अगर सोचो पैसे ਨੂੰ ਵਰਤ ਹੀ ਨਹੀਂ ਸਕਦਾ ਤਾਂ ਫਿਰ ਪੈਸਾ ਉਹਨੇ ਕਿਸੇ ਕੰਮ ਦਾ ਤਾਂ ਸਿਰਫ ਤੇ ਸਿਰਫ ਪੈਸੇ ਨੂੰ ਮਹੱਤਵ ਦੇਣਾ ਆਪਾਂ ਕਿਸੇ ਵੀ ਤਰੀਕੇ ਨਾਲ ਅਰਥਸ਼ਾਸਤਰ ਦੇ ਵਿੱਚ ਜਿਹੜਾ ਉਹ ਆਪਾਂ ਸਹੀ ਨਹੀਂ ਕਹਿ ਸਕਦੇ ਤਾਂ ਇਹਨਾਂ ਦੀ ਜਿਹੜੀ ਪਰਿਭਾਸ਼ਾ ਹੈ ਉਹਨੂੰ ਵੀ ਆਪਾਂ ਇੱਕ ਚੰਗੀ ਪਰਿਭਾਸ਼ਾ ਨਹੀਂ ਮੰਨਦੇ ਇਸ ਤੋਂ ਬਾਅਦ ਜਿਹੜੇ ਆਏ ਉਹਨੂੰ ਆਪਾਂ ਕਹਿੰਦੇ ਆ ਫਿਜ਼ੀਓਕਰੇਟਸ ਜਿਹੜੇ ਫਿਜ਼ੀਓਕਰੇਟਸ ਸੀ ਇਹ ਕਿੱਥੋਂ ਦੇ ਰਹਿਣ ਵਾਲੇ ਸੀ ਇਹ ਹੈਗੇ ਸੀ ਫਰਾਂਸ ਦੇ ਰਹਿਣ ਵਾਲੇ ਇਹ ਕੌਣ ਸੀ ਇਹ ਆਮ ਤੌਰ ਤੇ ਜਿਹੜੇ ਸੀ ਉਹ ਖੇਤੀਬਾੜੀ ਨਾਲ ਸੰਬੰਧ ਰੱਖਣ ਵਾਲੇ ਕਿਸਾਨ ਸੀ ਠੀਕ ਹੈ ਜਿਹੜੇ ਫਿਜ਼ੀਓਕਰੇਟ ਸੀ ਉਹ ਕੌਣ ਸੀ ਕਿਸਾਨ ਹੁਣ ਉਹ ਕੀ ਕਰਨਗੇ ਖੇਤੀਬਾੜੀ ਕਰਨਗੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਆਪਣੇ ਧੰਦੇ ਦੇ ਮੁਤਾਬਿਕ ਜੋ ਉਹਨਾਂ ਦਾ ਬਿਜ਼ਨਸ ਸੀ ਉਹਦੇ ਮੁਤਾਬਿਕ अर्थशास्त्र की परिभाषा दी वो कहते जी कि अर्थशास्त्र की है एक तरह की खेती है जिवें वो कहते आपां खेती नूं जिन्ना देने आ यानी कि जमीन नूं जिन्ना आपां देने आ ये उस तो आपां नूं कई गुना ज्यादा दे दिंदी है कहना मतलब की है भी जेकर आपां एक दाना जमीन दे विच पा दिंदे आ तां ओ एक दाने तो आपां नूं हजारों दाने दे दिंदी है कहना बिल्कुल उवें ही की है अर्थशास्त्र भी है भी आपां अर्थशास्त्र नूं जिन्ना कुछ देंगे ये की करेगा आपां नूं एक अजिहा विषय है जो उस तो आपां नूं कई गुना ज्यादा देने की काबिलियत रखता है तो इन्हां ने की कीता इन्हां ने अर्थशास्त्र की परिभाषा दी किस आधार पे खेतीबाड़ी के आधार पे यानी ये कहते भी अर्थशास्त्र अगर किसी चीज नाल संबंध रखता है तो किन नाल रखता है खेतीबाड़ी नाल संबंध रखता है पर अगर आप ध्यान नाल सोचिए तो जेड़ा अर्थशास्त्र है वो खाली खेतीबाड़ी नाल संबंध थोड़ी रखता है उनदे च आपां उद्योग भी लेके चलते हैं उनदे च आपां सेवा क्षेत्र भी लेके चलते हैं तो बड़े सारे चीज़ां आपां लेके चलते हैं तो इन्हां अर्थशास्त्रियां ने की कीता जेड़ा अर्थशास्त्र है उन्होंने खाली खेती तक संबंध करता तो इन्हां दी परिभाषा नूं भी आपां अर्थशास्त्र दी एक चंगी परिभाषा नहीं मनते ठीक हो गया तो हुण हाली तक आपां की कीता आपां ये देखा कि इकोनॉमिक्स जड़ा शब्द है वो कित्थों आया है यूनानी भाषा तो किहड़े शब्दां तो दो शब्दां तो ओकायस ते नेमिन ओकायस का मतलब की होया घरेलू नेमिन की होया प्रबंध यानी कि घरेलू प्रबंध यानी कि घर दा प्रबंध एक अजिहा सब्जेक्ट है जो आपां नूं की दसदा है वो आपां नूं ये दसदा है भी आपां दे घर दा प्रबंध जड़ा है वो किवें चलाना है उहदे वास्ते की होएगा अपनी जरूरतां सीमित होणगियां साधन जड़े ने पैसे जड़े ने सीमित होणगे नाल दे नाल उस साधन नूं आपां कई तरीके नाल वरत पावांगे तो अपने सामने की होएगा आपां नूं चोण करनी पएगी तां एक अजिहा सब्जेक्ट जो उस चोण नूं करन दे विच अपनी मदद करता है अपनी हेल्प करता है उन्होंने आपां की कहांगे अर्थशास्त्र कहांगे अर्थशास्त्र ते लिखी हुई पहली किताब जिहड़ी सी उनका नाम सी इकोनॉमिका किन्ने लिखी सी चाणक्य ने या कौटिल्य ने उस तो बाद परिभाषा किन्ने दित्ती व्यापारवादियां ने जिहड़े धन दी गल करदे आ उस तो बाद परिभाषा किन्ने दित्ती फिजियोक्रेट्स ने जिहड़े खेती दी गल करदे आ पर ये तीनों ही लोग कौन-कौन चाणक्य की गल कर सकते हाँ व्यापारवादियों की गल कर सकते हाँ फिजियोक्रेट्स की गल कर सकते हाँ इन्हां तिन्नां ने अर्थशास्त्र नूं एक पूरे दे पूरे सब्जेक्ट के तौर पे नहीं लिया इन्हां ने सिर्फ उनका एक हिस्सा पकड़ के अपनी परिभाषा दी जिस करके आपां इन्हां तिन्नां परिभाषावां नूं एक चंगी परिभाषा नहीं मनते तां अजे तक आपां इन्नी ही गल कीती उम्मीद है तुहानूं जिहड़ा लेक्चर है वो समझ आ गया होएगा अगर तुहाडा कोई शक है डाउट है कुछ पूछना चाहते हो तो नीचे कमेंट बॉक्स दे विच जरूर लिखो चैनल सब्सक्राइब जरूर करो ताकि जिवें ही कोई नवा वीडियो पाया जाता है तुहानूं दी नोटिफिकेशन जिहड़ी है वो जरूर आ जाए दूसरी गल साडे एक मोबाइल ऐप भी बनाई है उनका नाम भी अपने चैनल के नाम ते ही है इकोनॉमिका वो मोबाइल ऐप नूं डाउनलोड करो उनदे विच तुहानूं हर एक तरह का क्विज मिलेगा तुहानूं स्टडी मटीरियल मिलेगा उनदे विच तुहानूं जिहड़े ने नोट्स मिलणगे उनदे विच जिन्ने भी अपने YouTube के चैनल ने उनदे जिहड़े आपां वीडियो पा रहे हां उन्हां सारियां दे लिंक मिलणगे हर एक
ਚੀਜ਼ ਤੁਹਾਨੂੰ ਇੱਕੋ ਹੀ ਥਾਂ ਤੇ ਜਿਹੜੀ ਹੈ ਉਹ ਮਿਲ ਜਾਏਗੀ। ਤਾਂ ਆਪਣੀ ਮੋਬਾਈਲ ਐਪ ਜ਼ਰੂਰ ਡਾਊਨਲੋਡ ਕਰੋ। ਉਹਦਾ ਨਾਮ ਵੀ ਕੀ ਹੈ, ਇਕੋਨੋਮਿਕਾ, ECONOMICA, ਇਕੋਨੋਮਿਕਾ। ਚੈਨਲ ਦਾ ਨਾਮ ਵੀ ਇਕੋਨੋਮਿਕਾ ਹੈ ਤੇ ਮੋਬਾਈਲ ਐਪ ਦਾ ਨਾਮ ਵੀ ਇਕੋਨੋਮਿਕਾ ਹੈ। ਉਹਨੂੰ ਜ਼ਰੂਰ ਡਾਊਨਲੋਡ ਕਰੋ। ਥੈਂਕ ਯੂ ਵੈਰੀ ਮਚ।